ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਹੈ ਮਨਿੰਦਰ ਤੇ ਤੁਸੀਂ ਦੇਖ ਰਹੇ ਹੋ ਡ੍ਰੀਮ ਆਈਐਸ ਚੈਨਲ। ਅੱਜ ਆਪਾਂ ਯੂਪੀਐਸਸੀ ਦਾ ਜਿਹੜਾ ਪੇਪਰ ਹੋਇਆ 2022 ਦਾ ਜਿਹੜਾ ਪ੍ਰੀਲਿਮਸ ਦਾ ਪੇਪਰ ਹੋਇਆ ਹੈ ਜੀਐਸ 1 ਜਿਹੜਾ ਹੈ ਜੀਐਸ ਦਾ ਪੇਪਰ ਹੈ ਉਹਨੂੰ ਡਿਸਕਸ ਕਰਨ ਜਾ ਰਹੇ ਹਾਂ। ਮੈਂ ਆਨਸਰ ਕੀ ਨਹੀਂ ਦੱਸੂਗਾ, ਲੇਕਿਨ ਹਾਂ ਜਨਰਲ ਜੀ ਡਿਸਕਸ਼ਨ ਕਰੂੰਗਾ 5 ਮਿੰਟ ਦੀ ਕਿ ਮੈਨੂੰ ਪੇਪਰ ਕਿੱਦਾਂ ਦਾ ਲੱਗਿਆ, ਪੇਪਰ ਦਾ ਲੈਵਲ ਕੀ ਸੀ, ਹੈ ਨਾ। ਉਸ ਲੈਵਲ ਦੀ ਆਪਾਂ ਜਿਹੜੀਆਂ ਚੀਜ਼ਾਂ ਡਿਸਕਸ ਕਰਾਂਗੇ। ਤੋ ਦੇਖੋ, ਸਭ ਤੋਂ ਪਹਿਲੀ ਚੀਜ਼ ਤਾਂ ਜੋ ਮੇਰਾ ਅਨੁਮਾਨ ਇਹ ਕਹਿੰਦਾ ਹੈ ਕਿ ਪੇਪਰ ਥੋੜ੍ਹਾ ਜਿਹਾ ਹੈ ਨਾ ਡਿਫਿਕਲਟ ਜਾਂ ਮੋਡਰੇਟ ਦੇ ਵਿੱਚ ਆਪਾਂ ਕੰਸੀਡਰ ਕਰ ਸਕਦੇ, ਬਿਕੋਜ਼ ਇੰਟਰਨੈਸ਼ਨਲ ਰਿਲੇਸ਼ਨਸ ਜਾਂ ਹੋਰ ਵੀ ਇੱਦਾਂ ਦੇ ਟੌਪਿਕਸ ਜਿਹੜੇ ਅੱਜ ਤੱਕ ਬਹੁਤ ਹੀ ਘੱਟ ਵੇਟੇਜ ਜਿਨ੍ਹਾਂ ਦੀ ਹੁੰਦੀ ਸੀਗੀ ਉਹਨਾਂ ਨੂੰ ਹੈ ਨਾ ਪੁੱਛਿਆ ਗਿਆ ਹੈ। ਦੂਜਾ ਮੇਰਾ ਅਨੁਮਾਨ ਇਹ ਕਹਿੰਦਾ ਕਿ ਕੱਟ ਆਫ ਜਿਹੜੀ ਹੈਗੀ ਹੈ, ਵੈਸੇ ਤਾਂ ਬਹੁਤ ਪ੍ਰੀਲਿਮਿਨਰੀ ਹੈ ਡਿਸਾਈਡ ਕਰਨਾ, ਲੇਕਿਨ ਮੇਰੇ ਅਕੋਰਡਿੰਗਲੀ ਕੱਟ ਆਫ 90 ਦੇ ਆਸ-ਪਾਸ ਰਹਿਣ ਦੇ ਚਾਂਸਿਸ ਹੈ। ਉਹਦਾ ਰੀਜ਼ਨ ਇੱਕ ਇਹ ਹੈ ਕਿ ਕਿਉਂਕਿ ਇਸ ਵਾਰੀ ਸੀਟਾਂ ਵੀ ਇਨਕਰੀਜ਼ ਹੋਈਆਂ ਨੰਬਰ 1, ਅਤੇ ਪਿਛਲੀ ਵਾਰੀ ਜਿਹੜੀ ਕੱਟ ਆਫ ਸੀ ਉਹ 87.5 ਗਈ ਸੀਗੀ। ਤੋ ਉਸ ਕੰਟੈਕਸਟ ਦੇ ਵਿੱਚ ਮੈਂ ਕਹਿੰਦਾ ਕਿ ਮੈਨੂੰ ਪਿਛਲੀ ਵਾਰੀ ਨਾਲੋਂ ਪੇਪਰ ਓਨਾ ਹੀ ਲੈਵਲ ਦਾ ਲੱਗਿਆ ਜਿੰਨਾ ਪਿਛਲੇ ਸਾਲ ਜਿਹੜਾ ਹੈ ਪੇਪਰ ਆਇਆ ਸੀਗਾ। ਕੁਛ ਚੀਜ਼ਾਂ ਜਿਹੜੀਆਂ ਮੈਂ ਡਿਸਕਸ ਕਰੂੰਗਾ, ਕੁਛ ਕੁਐਸਚਨਸ ਜਿਹੜੇ ਮੈਨੂੰ ਪ੍ਰਾਇਮਰੀ ਲੈਵਲ 'ਤੇ ਈਜ਼ੀ ਲੱਗੇ, ਜਿਵੇਂ ਆਹ ਵਾਲਾ ਕੁਐਸਚਨ ਬਹੁਤ ਈਜ਼ੀ ਸੀਗਾ, ਠੀਕ ਹੈ। ਇਹਦੇ ਵਿੱਚ ਸਾਰੀ ਆਪਸ਼ਨਸ ਆ ਜਾਂਦੀਆਂ। ਫਿਰ ਅਗਰ ਆਪਾਂ 17 ਕੁਐਸਚਨ ਦੇਖੀਏ ਥੋੜ੍ਹਾ ਟਿਪੀਕਲ ਹੋ ਜਾਂਦਾ ਹੈ। 18 ਕੁਐਸਚਨ ਅਗੇਂਸ ਈਜ਼ੀ ਸੀਗਾ ਕਿ ਪ੍ਰਾਈਸ ਸਟੇਬਿਲਿਟੀ ਕੌਣ ਮੇਨਟੇਨ ਕਰਦਾ, ਸੋ ਇਹ ਵੀ ਡੂਏਬਲ ਕੁਐਸਚਨ ਸੀਗਾ। ਫਿਰ ਉਹ ਨਾਨ ਫੰਜੇਬਲ ਟੋਕਨ ਵਾਲਾ ਵੀ ਡੂਏਬਲ ਕੁਐਸਚਨ ਸੀਗਾ, ਬਿਕੋਜ਼ ਨਾਨ ਫੰਜੇਬਲ ਟੋਕਨ ਦੇ ਵਿੱਚ ਆ ਤਿੰਨੋਂ ਹੀ ਆਪਸ਼ਨਸ ਕਰੈਕਟ ਲੱਗਦੀ ਪਈਆਂ। ਫਿਰ ਅਗਰ ਆਪਾਂ ਆਹ ਵਾਲੀ ਆਪਸ਼ਨ ਦੇਖੀਏ ਤਾਂ ਇਹਦੇ ਵਿੱਚ ਪੁੱਛਿਆ ਸੀਗਾ ਕਿ ਕਿਹੜੀ ਕਰੈਕਟਲੀ ਮੈਚ ਨਹੀਂ ਹੈਗੀ ਆ। ਇਸ ਟਾਈਪ ਦੇ ਜਿਹੜੇ ਹੈ ਮੈਚ ਦੇ ਫੋਲੋਇੰਗ ਕੁਐਸਚਨਸ ਬੜੇ ਆਏ ਸੀਗੇ, ਜਿਹਦੇ ਵਿੱਚ ਇਹਨਾਂ ਨੇ ਕਿਹਾ ਹੋਇਆ ਸੀਗਾ ਕਿ ਬਈ ਤੁਸੀਂ ਦੱਸੋ ਕਿ ਇਹਨਾਂ ਚਾਰਾਂ ਵਿੱਚੋਂ ਕਿੰਨੇ ਪੇਅਰਸ ਮੈਚ ਕਰਦੇ ਆ। ਇਹਦੇ 'ਚ ਮੈਨੂੰ ਲੱਗਦਾ ਕਿ ਕਈ ਲੋਕਾਂ ਦਾ ਗੈਸ ਵਰਕ ਵੀ ਚੱਲ ਸਕਦਾ ਹੈ, ਠੀਕ ਹੈ। ਤੋ ਉਸ ਹਿਸਾਬ ਨਾਲ 10-12 ਕੁਐਸਚਨਸ ਇੱਦਾਂ ਦੇ ਮੈਨੂੰ ਦਿਖੇ ਜਿਹਦੇ ਵਿੱਚ ਇੱਦਾਂ ਕਰਕੇ ਕੁਐਸਚਨਸ ਜਿਹੜੇ ਪੁੱਛੇ ਹੋਏ ਆ ਕਿ ਹੈ ਨਾ ਵਿਚ ਆਰ ਦਾ ਫੋਲੋਇੰਗ ਪੇਅਰ ਆਰ ਨਾਟ ਕਰੈਕਟਲੀ ਮੈਚ ਓਨਲੀ 1 ਪੇਅਰ। ਤੋ ਬੱਚਿਆਂ ਨੂੰ ਧਿਆਨ ਰੱਖਣਾ ਪੈਣਾ ਕਿ ਕਰੈਕਟਲੀ ਪੁੱਛਿਆ ਕਿ ਨਾਟ ਕਰੈਕਟਲੀ ਪੁੱਛਿਆ ਹੈ, ਕਿਤੇ ਉਹਦੇ ਵਿੱਚ ਗੜਬੜ ਹੋ ਜਾਂਦੀ। ਫਿਰ ਉਸ ਤੋਂ ਬਾਅਦ ਜਿਵੇਂ ਆਹ ਕੁਐਸਚਨ ਸੀਗਾ ਹੈ ਨਾ, ਲੇਬਰ ਬਿਊਰੋ ਕਿਹੜਾ ਡਿਸਪਿਊਟਸ ਸੋਲਵ ਕਰਦਾ ਹੈ, ਕਲੋਜ਼ਰਸ, ਲੇ ਆਫ ਫੈਕਟਰੀਜ਼, ਕਿਹੜੀ ਉਹ ਹੈਗੀ ਜਿਹੜੀ ਕੰਪਾਈਲ ਕਰਦਾ ਇਸ ਪੂਰੇ ਪ੍ਰੋਗਰਾਮ ਨੂੰ। ਤਾਂ ਲੇਬਰ ਬਿਊਰੋ ਬੇਸਿਕਲੀ ਸਾਰਾ ਡੇਟਾ ਲੇਬਰ ਦੇ ਰਿਗਾਰਡਿੰਗ ਪੂਰੀ ਕੰਪਾਈਲੇਸ਼ਨ ਦਾ ਉਹਦਾ ਪ੍ਰੋਜੈਕਟ ਹੁੰਦਾ ਹੀ ਹੈ। ਲੇਕਿਨ ਹਾਂ ਜਿਵੇਂ ਆਹ ਕੁਐਸਚਨ ਥੋੜ੍ਹਾ ਟਿਪੀਕਲ ਸੀਗਾ ਕਿ ਕੋਲ ਕੰਟਰੋਲਰ ਆਰਗੇਨਾਈਜੇਸ਼ਨ ਕੀ ਹੈਗੀ ਹੈ। ਤੋ ਅਗਰ ਇਹਦੇ ਬਾਰੇ ਤੁਸੀਂ ਨਿਊਜ਼ 'ਚ ਸੁਣਿਆ ਤਾਂ ਜੋ ਹੈ ਤੁਸੀਂ ਇਹਨੂੰ ਆਨਸਰ ਕਰ ਸਕਦੇ ਸੀਗੇ। 5th ਸ਼ਡਿਊਲ ਬਾਰੇ ਪੁੱਛਿਆ ਹੈ, ਈਜ਼ੀ ਕੁਐਸਚਨ ਸੀਗਾ। ਪੋਲਿਟੀ ਦੇ ਕੁਐਸਚਨਸ ਕਾਫੀ ਈਜ਼ੀ ਆਏ ਹੈ। 5th ਸ਼ਡਿਊਲ ਦੇ ਵਿੱਚ ਦੇਖੋ ਆਟੋਨੋਮਸ ਕਾਊਂਸਲਸ ਬਣਾਉਣ ਦੀ ਗੱਲ ਚੱਲਦੀ ਹੈ, ਤਾਂ ਲੋਕਲ ਸੈਲਫ ਹੈ ਨਾ, ਬੀ ਆਪਸ਼ਨ ਜਿਹੜਾ ਹੈਗਾ ਉਹ ਕਰੈਕਟ ਜਿਹਾ ਦਿਖਦਾ ਹੈ। ਫਿਰ ਅਗਰ ਤੁਸੀਂ ਦੇਖੋ ਇੰਡੀਅਨ ਸੈਨੀਟੇਸ਼ਨ ਕੋਲੀਏਸ਼ਨ ਐਂਡ ਨੈਸ਼ਨਲ ਇੰਸਟੀਟਿਊਟ ਆਫ ਅਰਬਨ ਅਫੇਅਰਸ, ਇਹ ਵੀ ਜੋ ਹੈ ਕਰੰਟ ਅਫੇਅਰਸ ਦੇ ਵਿੱਚ ਕਿਤੇ ਨਾ ਕਿਤੇ ਕੁਐਸਚਨਸ ਕਰਾਏ ਹੋਏ ਹੈ ਕਿ ਅਰਬਨ ਰੀਨਿਊਅਲ ਮਿਸ਼ਨਸ ਜਿਹੜੇ ਹੈ ਜਾਂ ਅਰਬਨਾਈਜੇਸ਼ਨ ਨੂੰ ਐਡਰੈਸ ਕਰਨ ਵਾਸਤੇ ਆਪਣੇ ਦੇਸ਼ 'ਚ ਕੀ ਇਨੀਸ਼ੀਏਟਿਵ ਜਿਹੜੇ ਆ ਉਹ ਲਿੱਤੇ ਜਾ ਰਹੇ ਹੈ। ਫਿਰ ਦੇਖੋ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ, ਇਹ ਵੈਸੇ ਹੀ ਬੜਾ ਫੇਮਸ ਐਕਟ ਹੈ। ਇਹਨੇ ਬੜੀਆਂ ਇੰਪੋਰਟੈਂਟ ਆਰਗੇਨਾਈਜੇਸ਼ਨਸ ਹੈ ਜਿਹੜੀਆਂ ਹੈ ਨਾ ਕੁਝ ਡਿਫਰੈਂਟ ਲਾਜ਼ ਦੇ ਅੰਡਰ ਬਣਾਈ ਗਈਆਂ। ਜਿਵੇਂ ਅਗਰ ਆਪਾਂ ਗੱਲ ਕਰੀਏ ਸੈਂਟਰ ਵਾਟਰ ਕਮਿਸ਼ਨ, ਇਹ ਸੈਂਟਰ ਜਿਹੜਾ ਵਾਟਰ ਰੈਗੂਲੇਟਰੀ ਅਥਾਰਟੀਜ਼ ਹੈ, ਇਹ ਕੁਝ ਕਾਨੂੰਨ ਦੇ ਅੰਡਰ ਬਣਾਈਆਂ ਗਈਆਂ। ਤਾਂ ਇਹ ਵੀ ਥੋੜ੍ਹਾ ਜਿਹਾ ਮੋਡਰੇਟ ਜਿਹਾ ਕੁਐਸਚਨ ਸੀਗਾ। ਫਿਰ ਯੂਨਾਈਟਿਡ ਨੇਸ਼ਨ ਕ੍ਰੀਡੈਂਸ਼ੀਅਲ ਕਮੇਟੀ, ਹੁਣ ਆਹ ਕੁਐਸਚਨਸ ਬੜੇ ਟਿਪੀਕਲ ਕੁਐਸਚਨ ਸੀਗੇ, ਲੇਕਿਨ ਹਾਂ ਅਗਰ ਆਪਾਂ ਆਪਸ਼ਨਸ ਨੂੰ ਦੇਖੀਏ ਤਾਂ ਆਪਸ਼ਨਸ ਦੇਖ ਕੇ ਆਪਾਂ ਇਹਨਾਂ ਨੂੰ ਸੋਲਵ ਜੋ ਹੈ ਕੀਤਾ ਜਾ ਸਕਦਾ ਹੈ। ਫਿਰ ਆਹ 47 ਕੁਐਸਚਨ ਕਿੰਨਾ ਈਜ਼ੀ ਸੀਗਾ ਕਿ ਬੀ ਸੈੱਲ ਅਤੇ ਡੀ ਸੈੱਲ ਦਾ ਹਿਊਮਨ ਬੋਡੀ ਦੇ ਵਿੱਚ ਕੀ ਰੋਲ ਹੈ। ਤਾਂ ਡੈਫੀਨੇਟਲੀ ਉਹਦਾ ਰੋਲ ਆਪਣੇ ਬੋਡੀ ਦੇ ਵਿੱਚ ਹੈ ਨਾ ਇਮਿਊਨਿਟੀ ਨੂੰ ਡਿਵੈਲਪ ਕਰਨਾ ਹੈ। ਫਿਰ ਇੱਦਾਂ ਦੇ ਕੁਐਸਚਨਸ ਆ ਜਾਂਦੇ ਆ। ਫਿਰ ਨੈਨੋ ਪਾਰਟੀਕਲਸ, ਇਹ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਆਪਾਂ ਕੀਤਾ। ਇਹ ਨੈਨੋ ਪਾਰਟੀਕਲਸ ਦਾ ਜਿਹੜਾ ਟੌਪਿਕ ਹੈ ਇਹ ਬਹੁਤ ਜ਼ਿਆਦਾ ਫੇਮਸ ਹੈ। ਇਨਵਾਇਰਮੈਂਟ ਦੇ ਵਿੱਚ ਵੀ ਆਪਾਂ ਨੂੰ ਇਹ ਨੈਨੋ ਪਾਰਟੀਕਲਸ ਦੇ ਟੌਪਿਕ ਨੂੰ 3-4 ਜਗ੍ਹਾ 'ਤੇ ਡਿਸਕਸ਼ਨ ਜੋ ਹੈ ਕੀਤੀ ਹੋਈ ਸੀਗੀ। ਸਿਮਿਲਰਲੀ ਅਗਰ ਆਪਾਂ ਦੇਖੀਏ ਤਾਂ DNA ਬਾਰ ਕੋਡਿੰਗ ਟੂਲ, ਅਗੇਨ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚੋਂ ਬੜਾ ਸਿੰਪਲ ਜਿਹਾ ਕੁਐਸਚਨ ਪੁੱਛਿਆ ਗਿਆ, DNA ਬਾਰ ਕੋਡਿੰਗ ਟੂਲ ਕੀ ਕਰਦਾ ਹੈ। ਫਿਰ ਆਹ ਬੜਾ ਈਜ਼ੀ ਕੁਐਸਚਨ ਸੀਗਾ, ਅਗਰ ਤੁਸੀਂ ਐਨਵਾਇਰਮੈਂਟ ਦਾ ਟੌਪਿਕ ਪੜ੍ਹਿਆ ਅਤੇ ਐਸਿਡ ਰੇਨ ਪੜ੍ਹਿਆ ਤਾਂ ਐਸਿਡ ਰੇਨ ਕਿਹੜੇ 2 ਇੰਪੋਰਟੈਂਟ ਰੀਜ਼ਨਸ ਕਰਕੇ ਹੁੰਦਾ ਹੈ। ਤਾਂ ਨਾਈਟ੍ਰੋਜਨ ਆਕਸਾਈਡ ਅਤੇ ਸਲਫਰ ਡਾਈਆਕਸਾਈਡ, ਅਤੇ 2 and 4 ਹੀ ਸਭ ਤੋਂ ਬੈਸਟ ਆਪਸ਼ਨ ਜਿਹੜੀ ਲੱਗਦੀ ਸੀਗੀ ਇਹਦੇ ਵਿੱਚ। ਤੋ ਜਿਵੇਂ HNO3 ਅਤੇ ਸਲਫਿਊਰਿਕ ਐਸਿਡ ਬਣ ਜਾਂਦਾ ਹੈ। ਫਿਰ ਆਹ ਸੈਨਕਾਕੂ ਆਈਲੈਂਡਸ, ਅਗਰ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਤੁਸੀਂ ਫੋਲੋ ਕਰਦੇ ਹੋ ਐਂਡ ਚਾਈਨਾ ਦੀ ਸਾਊਥ ਚਾਈਨਾ ਸੀ ਦੇ ਉੱਪਰ ਜਿਹੜੀ ਡੋਮੀਨੇਸ਼ਨ ਹੈ ਉਹਨੂੰ ਅਗਰ ਤੁਸੀਂ ਪੜ੍ਹਿਆ ਹੈ ਤਾਂ ਕੁਐਸਚਨ ਜਿਹੜਾ ਹੈ ਇਹ ਵੀ ਈਜ਼ੀ ਕੁਐਸਚਨਸ ਦੀ ਕੈਟੇਗਰੀ ਦੇ ਵਿੱਚ ਆ ਸਕਦਾ ਸੀਗਾ। ਹੁਣ ਆਹ ਥੋੜ੍ਹਾ ਟਿਪੀਕਲ ਕੁਐਸਚਨ ਸੀਗਾ, ਬਿਕੋਜ਼ ਤੁਹਾਨੂੰ ਇੰਟਰਨੈਸ਼ਨਲ ਰਿਲੇਸ਼ਨਸ ਕਾਫੀ ਜ਼ਿਆਦਾ ਇੰਪੋਰਟੈਂਟਲੀ ਜੋ ਹੈ ਉਹ ਪੜ੍ਹਨੇ ਚਾਹੀਦੇ ਹੈ ਨਾ। ਬੇਸਿਕਲੀ ਦੇ ਆਰ ਐਕਸਪੈਕਟਿੰਗ ਯੂ ਟੂ ਰੀਡ ਇੰਟਰਨੈਸ਼ਨਲ ਰਿਲੇਸ਼ਨਸ ਇਨ ਅ ਵੈਰੀ ਗੁੱਡ ਫਾਰਮੈਟ। ਕਿ ਟੂਨੀਸ਼ੀਆ 'ਚ ਪਾਰਲੀਮੈਂਟ ਸਸਪੈਂਡ ਕੀਤੀ ਗਈ ਹੈ, ਲੈਬਨਾਨ ਦੇ ਵਿੱਚ ਇਕਨੋਮਿਕ ਡਿਪਰੈਸ਼ਨ ਆਇਆ ਕਿ ਨਹੀਂ ਆਇਆ।
तो इस टाइप के क्वेश्चन थोड़े ਜਿਹੇ ਟਿਪੀਕਲ ਲੈਵਲ ਦੇ ਜੋ ਹੈ ਚਲੇ ਗਏ ਸੀਗੇ। ਸਿਮਿਲਰਲੀ ਆਹ ਕੁਝ ਰੀਜਨਸ ਹੈ, ਕੁਝ ਰੀਜਨਸ ਤਾਂ ਬੜੇ ਨਿਊਜ਼ 'ਚ ਰਹਿੰਦੇ, ਜਿਵੇਂ ਐਨਾਟੋਲੀਆ ਟਰਕੀ ਦੇ ਵਿੱਚ ਜਾਂ ਕੈਟਾਲੋਨੀਆ ਇਹ ਇਟਲੀ ਦੇ ਵਿੱਚ ਹੈ। ਸੋ ਅਗੇਨ ਇਹ ਜਿਹੇ ਕੁਐਸਚਨਸ ਦੇ ਵਿੱਚ ਅਗਰ ਆਪਾਂ ਨੂੰ 2-3 ਆਪਸ਼ਨਸ ਦੇ ਵਿੱਚ ਕਨਫਿਊਜ਼ਨ ਹੈ ਤਾਂ ਫਿਰ ਡਿਫਿਕਲਟ ਹੋ ਜਾਂਦਾ ਇਹ ਕੁਐਸਚਨ ਨੂੰ ਐਕਚੁਅਲੀ ਆਨਸਰ ਕਰਨਾ। ਫਿਰ ਇੰਡੀਅਨ ਲਾਜ਼ ਦੇ ਵਿੱਚ ਵਾਈਲਡ ਲਾਈਫ ਪ੍ਰੋਟੈਕਸ਼ਨ ਦੇ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਵਾਈਲਡ ਐਨੀਮਲਸ ਆਰ ਸੋਲ ਪ੍ਰੋਪਰਟੀ ਆਫ ਦ ਗਵਰਨਮੈਂਟ, ਇਹ ਬਿਲਕੁਲ ਹੀ ਆਪਸ਼ਨ ਜੋ ਹੈ ਨਾ ਥੋੜ੍ਹੀ ਜਿਹੀ ਗਲਤ ਲੱਗਦੀ ਆਪਸ਼ਨ। ਇਸ ਤੋਂ ਇਲਾਵਾ ਹੈ ਨਾ ਅਗਰ ਆਪਾਂ ਦੇਖੀਏ ਤਾਂ ਨੀਚੇ ਵਾਲੇ ਆਪਸ਼ਨਸ ਦੇ ਵਿੱਚ ਆਪਾਂ ਆਰਾਮ ਨਾਲ ਜੋ ਹੈ ਉਸ ਚੀਜ਼ ਦੇ ਬੇਸਿਸ 'ਤੇ ਕਰ ਸਕਦੇ ਹਾਂ। ਜਿਵੇਂ ਨਾ ਨਿਊਜ਼ 'ਚ ਬੜਾ ਰਿਹਾ ਸੀਗਾ ਕਿ ਜਿਹੜੀ ਆਂਟ ਹੈਗੀ ਹੈ ਨਾ, ਐਂਟ ਜਿਹੜੀ ਹੁੰਦੀ ਹੈ ਉਹ ਬੇਸਿਕਲੀ ਫੰਗਸ ਦੀ ਬੜੀ ਫੇਮਸ ਕਲਟੀਵੇਟਰ ਹੁੰਦੀ ਹੈ। ਤੋ ਇਹ ਨਿਊਜ਼ 'ਚ ਸੀਗਾ ਕਿ ਕਲਟੀਵੇਸ਼ਨ ਕਰਦੀ ਹੈ, ਤੋ ਇਸ ਕਰਕੇ ਆਈ ਥਿੰਕ ਇਹ ਵੀ ਬੜਾ ਹੀ ਜੋ ਹੈ ਡੂਏਬਲ ਜਿਹਾ ਕੁਐਸਚਨ ਹੋ ਜਾਂਦਾ ਹੈ। ਫਿਰ ਹਿਸਟਰੀ ਦੇ ਵਿੱਚ ਮਾਡਰਨ ਇੰਡੀਆ ਦੇ ਵਿੱਚੋਂ ਕੁਐਸਚਨ ਆਇਆ ਹੋਇਆ ਗਵਰਨਮੈਂਟ ਆਫ ਇੰਡੀਆ ਐਕਟ 1990 ਤੋਂ। ਸਾਰੇ ਜਿੰਨੇ ਵੀ ਗਵਰਨਮੈਂਟ ਆਫ ਇੰਡੀਆ ਐਕਟਸ ਹੈਗੇ ਅਗਰ ਤੁਸੀਂ ਪੜ੍ਹੇ ਹੋਏ ਆ ਤਾਂ ਇਹ ਕੁਐਸਚਨ ਵੀ ਈਜ਼ੀਲੀ ਡੂਏਬਲ ਸੀਗਾ। ਹਾਂ, ਮਿਡੀਵਲ ਇੰਡੀਆ ਦੇ ਵਿੱਚ ਇੱਦਾਂ ਦੇ ਟਿਪੀਕਲ ਕੁਐਸਚਨ ਆਏ ਹੈ, ਇਹ ਹਮੇਸ਼ਾ ਹੀ ਆਉਂਦੇ ਹੈ, ਕੋਈ ਨਾ ਕੋਈ ਟਰਮਸ ਐਂਸ਼ੀਅੰਟ ਅਤੇ ਮਿਡੀਵਲ ਇੰਡੀਆ ਦੇ ਵਿੱਚੋਂ ਕੱਢ ਲਿੱਤੀ ਜਾਂਦੀ ਹੈ। ਅਗੇਨ ਥੋੜ੍ਹਾ ਜਿਹਾ ਟਿਪੀਕਲ ਹੋ ਜਾਂਦਾ ਹੈ ਕਿ ਤੁਸੀਂ ਇਹਦਾ ਵਿੱਚ ਕੀ ਆਨਸਰ ਕਰੋਗੇ। ਫਿਰ ਤੁਸੀਂ ਦੇਖੋ ਕਿ ਆਹ ਬੜਾ ਈਜ਼ੀ ਕੁਐਸਚਨ ਸੀ, ਗਦਰ ਪਾਰਟੀ ਦੇ ਵਿੱਚੋਂ ਆਇਆ ਹੋਇਆ ਮਾਡਰਨ ਇੰਡੀਆ ਦੇ ਵਿੱਚੋਂ। ਫਿਰ ਕ੍ਰਿਪਸ ਮਿਸ਼ਨ ਵਾਲਾ ਵੀ ਕੁਐਸਚਨ ਜੋ ਹੈ ਅਗੇਨ ਅਗਰ ਤੁਸੀਂ ਮਾਡਰਨ ਇੰਡੀਆ ਪੜ੍ਹੀ ਹੈ ਤਾਂ ਈਜ਼ੀ ਕੁਐਸਚਨ ਸੀਗਾ। ਹੁਣ ਆਹ ਬੜਾ ਟਿਪੀਕਲ ਕੁਐਸਚਨ ਹੈ, ਇਹ ਓਬਵੀਅਸ ਜੀ ਗੱਲ ਹੈ ਕਿ ਜੈਨਾ ਟੈਕਸਟ ਕਿਹੜੇ ਹੋ ਸਕਦੇ ਇਹਦੇ ਵਿੱਚੋਂ, ਇਹ ਪਤਾ ਕਰਨਾ ਬੜਾ ਮੁਸ਼ਕਿਲ ਕੰਮ ਹੈ। ਤੋ ਜਿਹਨੇ ਥੋੜ੍ਹਾ ਬਹੁਤ ਵੀ ਆਈਡੀਆ ਲਿੱਤਾ ਜੈਨਿਜ਼ਮ ਅਤੇ ਬੁੱਧਿਜ਼ਮ ਬਾਰੇ, ਮੈਂ ਜਿਵੇਂ ਬਾਰ ਕਰਦਾ ਰਹਿੰਦਾ ਕਿ ਬੁੱਧਿਜ਼ਮ ਜੈਨਿਜ਼ਮ ਬਾਰੇ ਜ਼ਿਆਦਾ ਪੜ੍ਹੋ, ਤਾਂ ਇੱਥੋਂ ਕੁਐਸਚਨਸ ਦੇ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਆਉਣ ਦੇ। ਫਿਰ ਇਕੋਨਮੀ ਦੇ ਵਿੱਚੋਂ ਅਗਰ ਆਪਾਂ ਗੱਲ ਕਰੀਏ ਤਾਂ ਜਿਵੇਂ ਦਿਸ ਇਜ਼ ਅ ਵੈਰੀ ਕਨਸੈਪਚੁਅਲ ਕੁਐਸਚਨ ਅਬਾਊਟ ਦ ਮੋਨੀਟਰੀ ਪਾਲਿਸੀਜ਼ ਆਫ ਫੈਡਰਲ ਰਿਜ਼ਰਵਸ ਆਫ ਯੂਨਾਈਟਿਡ ਸਟੇਟਸ ਐਂਡ ਉਹ ਇੰਡੀਆ ਦੇ ਫੋਰਨ ਇਨਫਲੋਜ਼ ਦੇ ਉੱਪਰ ਕਿਵੇਂ ਇਫੈਕਟ ਕਰਦੀ ਹੈ, ਤਾਂ ਇਸ ਟਾਈਪ ਦੇ ਕੁਐਸਚਨ ਵੀ ਕੀਤੇ ਜਾ ਸਕਦੇ ਹੈ। ਫਿਰ ਆਹ ਕੁਐਸਚਨ ਕਿ ਕਿਹੜੀ ਚਾਹ ਬਣਾਉਂਦੀ ਹੈ ਆਪਣੇ ਦੇਸ਼ 'ਚ ਸਟੇਟ, ਜਿਵੇਂ ਹਿਮਾਚਲ ਪ੍ਰਦੇਸ਼ ਬਹੁਤ ਫੇਮਸ ਹੈ, ਕੇਰਲਾ ਬਹੁਤ ਫੇਮਸ ਹੈ। ਤਾਂ ਅਗੇਨ ਇੱਦਾਂ ਦੇ ਕੁਐਸਚਨਸ ਵੀ ਕੀਤੇ ਜਾ ਸਕਦੇ ਸੀ ਕਿ ਬੇਸਿਕ ਜਨਰਲ ਜੋਗਰਾਫੀ ਦੇ ਬੇਸਿਸ ਦੇ ਉੱਪਰ। ਸਿਮਿਲਰਲੀ ਕ੍ਰੈਡਿਟ ਰੇਟਿੰਗ ਏਜੰਸੀਜ਼ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਬੈਂਕ ਬੋਰਡ ਬਿਊਰੋ ਬੜਾ ਨਿਊਜ਼ 'ਚ ਰਿਹਾ, ਤਾਂ ਅਗਰ ਉਹ ਨਿਊਜ਼ 'ਚ ਹੈਗਾ ਤਾਂ ਤੁਸੀਂ ਕਵਰ ਕਰਨਾ ਸੀਗਾ, ਤਾਂ ਬੜਾ ਈਜ਼ੀ ਸੀਗਾ। ਇਹਦੇ ਵਿੱਚ ਹੁਣ ਜਿਵੇਂ ਗਵਰਨਰ RBI ਦਾ ਚੇਅਰਮੈਨ ਨਹੀਂ ਹੁੰਦਾ, ਤਾਂ ਇਹ ਸਰਕਾਰ ਲਗਾਉਂਦੀ ਹੈ, ਤਾਂ ਡੈਫੀਨੇਟਲੀ ਪਹਿਲੀ ਆਪਸ਼ਨ ਅਗਰ ਆਪਾਂ ਕੱਢ ਦਿੰਦੇ ਹਾਂ ਤਾਂ ਆਨਸਰ 2 and 3 ਆ ਜਾਂਦਾ ਹੈ। ਸਿਮਿਲਰਲੀ ਕਨਵਰਟੇਬਲ ਬੌਂਡਸ ਕੀ ਹੁੰਦੇ ਆ, ਇਹ ਉਹ ਬੌਂਡਸ ਹੁੰਦੇ ਆ ਜਿਹੜੇ ਡੈਫੀਨੇਟਲੀ ਤੁਸੀਂ ਕਨਵਰਟ ਕਰ ਸਕਦੇ ਹੋ ਇਨਟੂ ਐਕੁਇਟੀ, ਤਾਂ ਇਹ ਵੀ ਈਜ਼ੀ ਕੁਐਸਚਨ ਸੀਗਾ ਫਰੋਮ ਦ ਇਕਨੋਮਿਕ ਸੈਕਸ਼ਨ। ਫਿਰ ਆਹ ਬੜਾ ਈਜ਼ੀ ਕੁਐਸਚਨ ਸੀਗਾ ਕਿ ਮੇਜਰ ਰੌਕ ਐਡਿਕਟਸ ਅਗਰ ਆਪਾਂ ਦੇਖੀਏ ਤਾਂ ਧੌਲੀ ਬੜਾ ਫੇਮਸ ਹੈਗਾ ਉੜੀਸਾ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਧੌਲੀ ਦੇ ਵਿੱਚ ਆਪਾਂ ਨੂੰ ਮਿਲਦਾ ਉਹ ਕੀ ਨਾਮ ਹੈ ਕਲਿੰਗਾ ਦੀ ਇਨਸਕ੍ਰਿਪਸ਼ਨਸ ਮਿਲਦੀਆਂ, ਤਾਂ ਅਗੇਨ ਕੁਐਸਚਨ ਕੀਤਾ ਜਾ ਸਕਦਾ ਸੀ ਮਿਡੀਵਲ ਇੰਡੀਆ ਦੇ ਵਿੱਚੋਂ। ਸਿਮਿਲਰਲੀ ਕਿੰਗ ਅਤੇ ਉਹਦੀ ਡਾਇਨੈਸਟੀ ਬਾਰੇ ਪੁੱਛਿਆ ਹੋਇਆ, ਈਜ਼ੀ ਕੁਐਸਚਨ ਸੀਗਾ। ਅਗਰ ਤੁਸੀਂ ਮਾੜਾ ਮੋਟਾ ਵੀ ਪੋਸਟ ਐਂਸ਼ੀਅੰਟ ਜਾਂ ਫਿਰ ਪ੍ਰੀ ਮਿਡੀਵਲ ਇੰਡੀਆ ਪੜ੍ਹਿਆ ਤਾਂ ਇਹ ਕੁਐਸਚਨ ਜਿਹੜਾ ਕੀਤਾ ਜਾ ਸਕਦਾ ਸੀਗਾ, ਜਿਵੇਂ ਪ੍ਰਤੀਹਾਰਾ, ਰਾਸ਼ਟਰਕੂਟਾ ਅਤੇ ਚੰਡੇਲਾ ਐਮਪਾਇਰਸ ਬਾਰੇ ਪਤਾ ਹੋਣਾ ਚਾਹੀਦਾ। ਸੰਗਮ ਲਿਟਰੇਚਰ ਬਾਰੇ ਕਿੰਨਾ ਈਜ਼ੀ ਕੁਐਸਚਨ ਸੀਗਾ ਕਿ ਸੰਗਮ ਲਿਟਰੇਚਰ ਜੋ ਹੈ ਉਹਦੇ ਬਾਰੇ ਕੀ ਕਰੈਕਟ ਹੈਗਾ, ਹੈ ਨਾ। ਤਾਂ ਜਿਵੇਂ ਇਹਦੇ ਵਿੱਚ ਲਿਖਿਆ ਹੈ ਡਿਵੋਇਡ ਆਫ ਐਨੀ ਰੈਫਰੈਂਸ ਟੂ ਮਟੀਰੀਅਲ ਕਲਚਰ, ਐਸਾ ਨਹੀਂ ਹੈ। ਸੋਸ਼ਲ ਕਲਾਸਿਸ, ਹਾਂ ਇਹ ਈਜ਼ੀ ਕੁਐਸਚਨ ਆ ਜਾਂਦਾ ਇਹਦੇ ਵਿੱਚ, ਹੈ ਨਾ, ਤਾਂ ਆਹ ਕੁਐਸਚਨ ਕੀਤਾ ਜਾ ਸਕਦਾ ਸੀਗਾ। ਫਿਰ ਯੋਗ ਵਸ਼ਿਸ਼ਟਾ ਵਾਸ ਟ੍ਰਾਂਸਲੇਟਡ ਪਰਸ਼ੀਅਨ ਬਾਏ ਨਿਜ਼ਾਮੂਦੀਨ ਪਾਨੀਪਤੀ ਡਿਊਰਿੰਗ ਦ ਰੇਨ ਆਫ, ਹੁਣ ਇਹ ਥੋੜ੍ਹਾ ਜਿਹਾ ਮੁਸ਼ਕਿਲ ਸੀਗਾ ਕਿ ਯੋਗਾ ਦੇ ਬਾਰੇ ਹੈ ਨਾ ਕਿੱਥੇ ਕੀ ਡਿਸਕਸ਼ਨਸ ਜੋ ਹੈ ਕੀਤੀਆਂ ਗਈਆਂ। ਮਤਲਬ ਮਿਡੀਵਲ ਇੰਡੀਆ ਦੇ ਵਿੱਚੋਂ ਕੁਐਸਚਨਸ ਡੂਏਬਲ ਵੀ ਸੀ ਅਤੇ ਨੋਨ ਡੂਏਬਲ ਵੀ ਸੀਗੇ। ਹੁਣ ਰਾਮਾਨੁਜਾ ਤੁਹਾਨੂੰ ਪਤਾ ਹੈ, ਆਪਾਂ ਕਲਾਸ 'ਚ ਵੀ ਕਰਾਇਆ ਸੀਗਾ ਕਿ ਰਾਮਾਨੁਜਾ ਨੂੰ ਸੋਸ਼ਲ ਇਕੁਐਲਿਟੀ ਦਾ ਆਈਡੀਆ ਜਿਹੜਾ ਦਿੱਤਾ ਗਿਆ। ਐਂਡ ਰਾਮਾਨੁਜਮ ਤੁਹਾਨੂੰ ਪਤਾ ਹੈ ਵਿਸ਼ਵ ਅਦਵੈਤ ਦੇ ਬੜੇ ਫੇਮਸ ਫਿਲੋਸਫਰ ਸੀਗੇ, ਤਾਂ ਉਹਦੇ ਬਾਰੇ ਪੁੱਛਿਆ ਗਿਆ। ਸਿਮਿਲਰਲੀ ਸੋਮਨਾਥ ਟੈਂਪਲ ਬਾਰੇ ਜੋ ਹੈ ਡਿਸਕਸ਼ਨ ਹੋਈ। ਹੁਣ ਪੋਲਰ ਕੋਡ ਇਹ ਥੋੜ੍ਹਾ ਜਿਹਾ ਐਨਵਾਇਰਨਮੈਂਟ ਦਾ ਟੌਪਿਕ ਸੀਗਾ, ਅਗਰ ਆਪਾਂ ਥੋੜ੍ਹਾ ਜਿਹਾ ਵੀ ਐਨਵਾਇਰਨਮੈਂਟ ਪੜ੍ਹਿਆ ਤਾਂ ਇਹ ਈਜ਼ੀਲੀ ਕੀਤਾ ਜਾ ਸਕਦਾ ਸੀਗਾ। ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਬਾਰੇ, ਅਤੇ ਫਿਰ ਟੀ ਬੋਰਡ ਜਿਹੜਾ ਸੀਗਾ ਇਹ ਕਿਉਂਕਿ ਚਾਹ ਦਾ ਬੜਾ ਨਿਊਜ਼ 'ਚ ਰਿਹਾ ਟੀ ਦਾ ਪੂਰਾ ਸਿਸਟਮ, ਅਗੇਨ ਈਜ਼ੀ ਕੁਐਸਚਨ ਸੀ। ਗ੍ਰੀਨ ਵਾਸ਼ਿੰਗ ਥੋੜ੍ਹਾ ਜਿਹਾ ਕਨਸੈਪਚੁਅਲ ਕੁਐਸਚਨ ਆ ਜਾਂਦਾ ਹੈ, ਠੀਕ ਹੈ। ਸਿਮਿਲਰਲੀ ਅਗਰ ਆਪਾਂ ਦੇਖੀਏ ਕਿ ਟੈਕਨੋਲੋਜੀ, ਅਗੇਨ ਇਕੋਨਮੀ 'ਚ ਬੜਾ ਇੰਟਰਸਟਿੰਗ ਕੁਐਸਚਨ ਹੈ ਕਿ ਅਗਰ ਨਵੀਂ ਟੈਕਨੋਲੋਜੀ ਹੈ ਤਾਂ ਕੈਪੀਟਲ ਐਕਸਪੈਂਡੀਚਰ ਹੈ ਕਿ ਨਹੀਂ ਹੈ। ਸਿਮਿਲਰਲੀ ਅਗਰ ਆਪਾਂ ਦੇਖੀਏ ਤਾਂ ਸ਼ੇਅਰ ਆਫ ਹਾਊਸ ਹੋਲਡ ਫਾਈਨੈਂਸ਼ੀਅਲ ਸੇਵਿੰਗ ਗੋਜ਼ ਟੂਵਰਡਸ, ਅਗੇਨ ਇਕੋਨਮੀ ਦੇ ਕੁਝ ਕੁਐਸਚਨ ਜਿਹੜੇ ਸੀਗੇ ਡੂਏਬਲ ਸੀਗੇ। ਫਿਰ ਅਮੰਗ ਦ ਫੋਲੋਇੰਗ ਕਿਹੜੀ ਐਂਥਰੋਪੋਜੈਨਿਕ ਸੋਰਸ ਆਫ ਬੋਰਨ ਮਿਥੇਨ ਹੈ, ਨਾਈਟਰਸ ਆਕਸਾਈਡ ਹੈ। ਅਗੇਨ ਜਿਹੜਾ ਕੁਐਸਚਨ ਤੁਸੀਂ ਇਹ ਆਰਾਮ ਨਾਲ ਕਰ ਸਕਦੇ ਸੀਗੇ। ਸਿਸਟਮ ਆਫ ਰਾਈਸ ਇੰਟੈਂਸੀਫਿਕੇਸ਼ਨ, ਇਹ ਬੜਾ ਨਿਊਜ਼ 'ਚ ਵੀ ਰਹਿੰਦਾ ਹੈ ਨਾ। ਫਿਰ ਆਹ ਜਿਹੜੀਆਂ ਵੈਸਟ ਅਫਰੀਕਾ ਦੀਆਂ ਲੇਕਸ ਹੈਗੀਆਂ ਉਹਦੇ ਵਿੱਚ ਪੁੱਛਿਆ ਕਿ ਕਿਹੜੀ ਲੇਕ ਸੀਗੀ। ਅਗੇਨ ਜੋਗਰਾਫੀ ਦੇ ਵਿੱਚੋਂ ਵੀ ਜੋ ਕੁਐਸਚਨਸ ਮੈਨੂੰ ਲੱਗੇ ਉਹ ਡੂਏਬਲ ਜੇ ਕੁਐਸਚਨ ਸੀਗੇ। ਹੁਣ ਦੇਖੋ ਬੜਾ ਇੰਟਰਸਟਿੰਗ ਹੈ ਓਪਨ ਸੋਰਸ ਡਿਜੀਟਲ ਪਲੈਟਫਾਰਮਸ,
तो ਕਿਹੜੀਆਂ ਬਣੀਆਂ ਹੋਈਆਂ। ਓਪਨ ਸੋਰਸ ਦਾ ਮਤਲਬ ਹੈ ਕਿ ਇਹ ਮਤਲਬ ਫ੍ਰੀ ਆਫ ਕਾਸਟ ਹੈਗੀਆਂ। ਸਿਮਿਲਰਲੀ ਅਗਰ ਆਪਾਂ ਦੇਖੀਏ ਬਾਇਓਰੌਕ ਟੈਕਨੋਲੋਜੀ, ਇਹ ਬੜੀ ਨਿਊਜ਼ 'ਚ ਰਹੀ ਹੈ ਕੋਰਲ ਰੀਵਸ ਨੂੰ ਜੋ ਹੈ ਉਹ ਕਰਨ ਵਾਸਤੇ। ਮਿਆਕੀ ਮੈਥਡ, ਇਹ ਵੀ ਬਹੁਤ ਜ਼ਿਆਦਾ ਨਿਊਜ਼ 'ਚ ਰਿਹਾ ਹੈ ਮਿਆਕੀ ਮੈਥਡ। तो ये कुछ वैब 3.0 ये भी बड़ा जो है न्यूज़ च रहा है। वैब 1.0 2.0 तो 3.0 च की फ़र्क है। प्रोबायोटिक्स बड़ा न्यूज़ च रहा। फिर कोविड-19 ਦੇ ਵਿੱਚ ਜਿਹੜੇ ਆਹ ਸਾਰੀਆਂ ਹੈ ਨਾ ਵੈਕਸੀਨਸ ਬਣੀਆਂ, ਵੈਕਸੀਨ ਕਿਵੇਂ ਬਣਾਈ ਹੈ, ਵੈਕਸੀਨਸ ਦੇ ਪੂਰੇ ਕੀ ਕੌਨਸੈਪਟ ਹੈਗੇ, ਉਹ ਸਾਰੀ ਚੀਜ਼ਾਂ ਜਿਹੜੀਆਂ ਹੈ ਤੁਹਾਨੂੰ ਪਤਾ ਹੋਣਾ ਚਾਹੀਦੀਆਂ ਸੀਗੀਆਂ। ਫਿਰ ਐਂਸ਼ੀਅੰਟ ਇੰਡੀਆ ਦੀ ਹਿਸਟਰੀ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਮਿਡੀਵਲ ਇੰਡੀਆ 'ਚ ਕੁਛ ਚੀਜ਼ਾਂ ਰਹੀਆਂ, ਜਿਵੇਂ ਕੁੱਲਾ ਦਰਨ ਹੈ ਨਾ, ਸਿਮਿਲਰਲੀ ਅਲਾਉਦੀਨ ਖਿਲਜੀ, ਫਿਰ ਕੌਤਲਿਆ ਦੀ ਅਰਥ ਸ਼ਾਸਤਰਾ, ਇਹ ਸਾਰੀ ਚੀਜ਼ਾਂ ਬਾਰੇ ਥੋੜ੍ਹਾ ਪਿਕਚਰ ਜਿਹੜੀ ਹੈ ਕਲੀਅਰ ਹੋਈ। ਉਸ ਤੋਂ ਇਲਾਵਾ ਇਕੋਨਮੀ ਦੇ ਵਿੱਚ ਵੀ ਮੈਨੂੰ ਲੱਗਿਆ ਕਿ ਕੁਛ ਇੰਪੋਰਟੈਂਟ ਕੁਐਸਚਨ ਜਿਵੇਂ ਨੋਮੀਨਲ ਇਫੈਕਟਿਵ ਐਕਸਚੇਂਜ ਰੇਟਸ ਹੈ, ਜਾਂ ਫਿਰ RBI ਦੀ ਕੀ ਇੰਪੋਰਟੈਂਟ ਜਿਹੜੀ ਹੈ ਮਤਲਬ ਉਹਦੀ RBI ਦੀ ਕੀ ਪੋਲਿਸੀਜ਼ ਹੋ ਸਕਦੀਆਂ। ਇਨਫਲੇਸ਼ਨ ਇੰਡੈਕਸ ਬੌਂਡ, ਇਹ ਬਹੁਤ ਪਹਿਲਾਂ ਵੀ ਆਏ ਸੀਗੇ ਕੁਐਸਚਨਸ, ਲੇਕਿਨ ਡੈਫੀਨੇਟਲੀ ਇਸ ਵਾਰੀ ਦੁਬਾਰਾ ਤੋਂ ਪੁੱਛੇ ਗਏ। ਫਿਰ ਉਸ ਤੋਂ ਬਾਅਦ ਰੀਅਲ ਸੈਕਟਰ ਰੀਅਲ ਸੈਕਟਰ ਇਨ ਦੀ ਇਕੋਨਮੀ ਕੀ ਹੈ। ਈ-ਕਮਰਸ, ਕਿਉਂਕਿ ਇੰਡੀਆ ONDC 'ਤੇ ਜਾ ਰਹੀ ਹੈ, ਓਪਨ ਨੈਟਵਰਕ ਡਿਜੀਟਲ ਕਮਰਸ ਦੇ ਉੱਪਰ ਜਾ ਰਹੀ ਹੈ, ਤਾਂ ਈ-ਕਮਰਸ ਦੇ ਉੱਪਰ ਡੈਫੀਨੇਟਲੀ ਕੁਐਸਚਨਸ ਨੇ ਆਉਣਾ ਹੀ ਆਉਣਾ ਸੀਗਾ। ਸਿਮਿਲਰਲੀ ਕੌਨਸਟੀਟਿਊਸ਼ਨਸ ਦੇ ਵਿੱਚੋਂ ਬੜੇ ਈਜ਼ੀ ਕੁਐਸਚਨ ਸੀਗੇ। ਇਨਫੈਕਟ ਮੈਨੂੰ ਪੋਲਿਟੀ ਬਹੁਤ ਹੀ ਈਜ਼ੀ ਲੱਗੀ ਕਿ ਪੋਲਿਟੀ ਦੇ ਕੁਐਸਚਨਸ ਵਰ ਡੂਏਬਲ, ਜਿਵੇਂ ਅਟਾਰਨੀ ਜਨਰਲ ਅਤੇ ਸੋਲੀਸਿਟਰ ਜਨਰਲ, ਫਿਰ ਲੋਕ ਸਭਾ ਅਤੇ ਰਾਜ ਸਭਾ ਦੀਆਂ ਪਾਵਰਸ ਦੇ ਵਿੱਚ ਕੀ ਡਿਵੀਜ਼ਨਸ ਹੈ, ਐਂਟੀ ਡਿਫੈਕਸ਼ਨ ਲਾਅ ਬਾਰੇ ਪਤਾ ਹੋਣਾ ਚਾਹੀਦਾ, ਤਾਂ ਬੜਾ ਫੇਮਸ ਹੈ। ਫਿਰ ਆਹ ਸਾਰੀਆਂ ਰਿਟਸ ਹੋ ਗਈਆਂ, ਮੈਂਡਮਸ ਦੀ ਰਿਟ ਦੇ ਬਾਰੇ ਥੋੜ੍ਹੀ ਜਿਹੀ ਡਿਟੇਲ 'ਚ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਫਿਰ ਕਲਾਈਮੇਟ ਐਕਸ਼ਨ ਟਰੈਕਰ ਕੌਣ ਲੈ ਕੇ ਆਇਆ, ਅਗੇਨ ਇਨਵਾਇਰਮੈਂਟ ਦੇ ਬੜੇ ਇੰਪੋਰਟੈਂਟ ਕੁਐਸਚਨਸ। ਫਿਰ ਡਿਪਟੀ ਸਪੀਕਰ ਆਫ ਲੋਕ ਸਭਾ, ਅਗੇਨ ਕਿਉਂਕਿ ਡਿਪਟੀ ਸਪੀਕਰ ਹਾਲੇ ਤੱਕ ਅਪੋਇੰਟ ਨਹੀਂ ਹੋਇਆ, ਇਸ ਕਰਕੇ ਇਹਦੇ 'ਚ ਨਿਊਜ਼ 'ਚ ਸੀਗਾ ਕਿ ਡਿਪਟੀ ਸਪੀਕਰ ਦੀ ਪੋਜੀਸ਼ਨ ਵੇਕੈਂਟ ਪਈ ਹੈ। ਫਿਰ ਆ ਕਿਊਬਿਟ, ਕਿਉਂਕਿ ਕੁਆਂਟਮ ਕੰਪਿਊਟਿੰਗ ਦੇ ਉੱਪਰ ਇੰਡੀਆ ਬਹੁਤ ਜ਼ਿਆਦਾ ਫੋਕਸ ਕਰਦਾ ਪਿਆ, ਤਾਂ ਇਸ ਕਰਕੇ ਸਰਕਾਰ UPSC ਨੇ ਕਿਹਾ ਕਿ ਕਿਉਂ ਨਾ ਕਿਊਬਿਟ ਉੱਪਰ ਕੁਐਸਚਨ ਪੁੱਛਿਆ ਜਾਵੇ। ਫਿਰ ਆਹ ਦੇਖੋ ਰਸ਼ੀਆ ਨਾਲ ਜਿਹੜੀ ਲੜਾਈ ਚੱਲਦੀ ਪਈ, ਉੱਥੇ ਹਾਈਪਰਸੋਨਿਕ ਮਿਜ਼ਾਈਲਸ ਯੂਜ਼ ਕੀਤੇ ਜਾ ਰਹੇ ਆ, ਬਟ ਉਹ ਮਿਜ਼ਾਈਲ ਜਿਹੜਾ ਸਟੇਬਲ ਔਰਬਿਟ ਦੇ ਵਿੱਚ ਪਾਇਆ ਜਾਂਦਾ ਹੈ ਨਾ, ਉਹ ਸਾਰਾ ਆ ਜਾਂਦਾ ਇਹਦੇ ਵਿੱਚ। ਫਿਰ ਜੋਗਰਾਫੀ ਦਾ ਇਹ ਬੜਾ ਈਜ਼ੀ ਕੁਐਸਚਨ ਸੀਗਾ, ਅਗਰ ਤੁਸੀਂ ਜੋਗਰਾਫੀ ਦੇ ਵਿੱਚ ਇੰਡੀਅਨ ਜੋਗਰਾਫੀ ਪੜ੍ਹੀ ਹੈ ਤਾਂ ਪਤਾ ਹੋਣਾ ਚਾਹੀਦਾ ਕਿ ਨੋਕਰੇਕ ਮੇਘਾਲਿਆ ਦੇ ਵਿੱਚ ਹੈਗਾ, ਐਂਡ ਇਹ ਇੱਕ ਬਾਇਓਸਫੀਅਰ ਰਿਜ਼ਰਵ ਵੀ ਹੈ। ਐਂਡ ਸਿਮਿਲਰਲੀ ਅਗਰ ਨਾਮਚਾ ਬਾਰਵਾ ਦੀ ਗੱਲ ਕਰੀਏ ਤਾਂ ਇਹ ਆਪਣੇ ਕੋਲੇ ਅਰੁਣਾਚਲ ਪ੍ਰਦੇਸ਼ ਵਾਲੀ ਸਾਈਡ ਚਲਾ ਜਾਂਦਾ ਹੈ, ਤਾਂ ਈਜ਼ੀ ਕੁਐਸਚਨ ਸੀਗਾ। ਠੀਕ ਹੈ, ਅਗਰ ਜੋਗਰਾਫੀ ਬੇਸਿਕ ਪੜ੍ਹੀ ਹੋਈ ਹੈ। ਲੈਵਨੈਂਟ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਅਗਰ ਤੁਸੀਂ ਹਿਸਟਰੀ ਨੂੰ ਦੇਖੋ ਤਾਂ ਈਸਟਰਨ ਮੈਡੀਟੇਰੇਨੀਅਨ ਵਾਲੇ ਰੀਜਨ ਨੂੰ ਆਪਾਂ ਲੈਵਨੈਂਟ ਰੀਜਨ ਜੋ ਕਹਿ ਦਿੰਦੇ ਹਾਂ। ਸਿਮਿਲਰਲੀ ਆਹ ਬੜਾ ਈਜ਼ੀ ਜੋਗਰਾਫੀ ਦਾ ਕੁਐਸਚਨ ਜਿਹੜਾ ਹੈ ਆ ਗਿਆ ਸੀਗਾ। ਅਗਰ ਆਪਾਂ ਦੇਖੀਏ ਜਿਵੇਂ ਆ ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਬਰਡ, ਜੇ ਗੋਲਡਨ ਮੈਸੀਰ, ਤਾਂ ਬੜਾ ਨਿਊਜ਼ 'ਚ ਰਿਹਾ। ਬਲੂ ਮੈਸੀਰ, ਗੋਲਡਨ ਮੈਸੀਰ, ਚਾਕਲੇਟ ਮੈਸੀਰ, ਇਹ ਸਾਰੀਆਂ ਫਿਸ਼ਿਜ਼ ਹੈਗੀਆਂ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਅਗਰ ਤੁਸੀਂ ਮਿਕਸ ਆਫ ਕਰੰਟ ਅਫੇਅਰਸ ਐਂਡ ਬੇਸਿਕ ਆਪਣੀ ਪੋਲਿਟੀ ਹਿਸਟਰੀ ਕੀਤੀ ਹੈ ਤਾਂ 75 ਦੇ ਅਰਾਊਂਡ ਜਿਹੜੇ ਕੁਐਸਚਨ ਸੀ ਉਹ ਡੂਏਬਲ ਕੁਐਸਚਨ ਸੀਗੇ। ਇਹਦੇ ਵਿੱਚੋਂ ਅਗਰ ਤੁਸੀਂ 60 ਵੀ ਸਹੀ ਕਰ ਦਿੰਦੇ ਹੋ ਐਂਡ 75 ਦਾ ਟਾਰਗੇਟ ਲਗਾਉਂਦੇ ਹੋ, ਜਾਂ ਈਵਨ 55 ਵੀ ਸਹੀ ਕਰ ਦਿੰਦੇ ਹੋ, ਤਾਂ ਤੁਸੀਂ ਜੋ ਹੈ ਅਰਾਊਂਡ 95 ਤੋਂ ਲੈ ਕੇ 105 ਤੱਕ ਦੀ ਬ੍ਰੈਕਟ ਦੇ ਵਿੱਚ ਆ ਸਕਦੇ ਹੋ। ਐਂਡ ਇਟਸ ਅ ਵੈਰੀ ਸੇਫ ਸਕੋਰ ਫॉर ਦਿਸ ਈਅਰਸ ਸਿਲੈਕਸ਼ਨ ਇਨ UPSC ਪ੍ਰੀਲਿਮਸ। ਠੀਕ ਹੈ ਬੱਚਿਓ, ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਮੈਂ ਸਭ ਨੂੰ ਇੱਕ ਰਿਕੁਐਸਟ ਕਰੂੰਗਾ ਕਿ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓਗਾ। ਥੈਂਕ ਯੂ ਐਵਰੀਬਡੀ, ਟੇਕ ਕੇਅਰ, ਥੈਂਕ ਯੂ।